बोले सोने हाल सासरी अकाल। गुर गोबिंद गोपाल गुर गुरपूरन नारायण है। गुरदयाल समरथ गुर गुरु नानक पतत उदाहरण है। दावरे आफाक गुरु गोबिंद सिंह दर्द आलम ताक गुरु गोबिंद सिंह। कादरे हर कार गुरु गोबिंद सिंह बेकसारा यार गुरु गोबिंद सिंह। चबर छतर तखत दे मालक साहिब श्री गुरु ग्रंथ साहिब जी दी पावन हजूरी विच सज बैठी गुरु प्यारी खालसा साध संगत दी फतेह प्रवान करो। वाहिगुरू जी का खालसा वाहिगुरू जी की फतेह। तख्त श्री हरमंदर जी पटना साहिब विखे आप सरबत संगता अकाल पुरख दे 10वें सरगुण स्वरूप खुद खुदा गुरु गोबिंद सिंह महाराज तिन्हां दे प्रकाश पुरब नूं समर्पित रखे हुए इन्हां महान समागमां विच शिरकत कर रहे हो। आओ गुरु गोबिंद सिंह महाराज दी अगम्मी वडियाई नूं गा के अपने समय नूं जीवन नूं सफला करिए। गुरु ग्रंथ साहिब महाराज दा गुरु जोत बाबत दे फुरमान ने निरंकार आकार जोत जग मंडल करियो। आप नारायण कलाधार जग मह परवरियो। जो परमेश्वर हर जरे विच जोत बन के समाया है। जो निर आकार सुनींदा है वो आकार धार के सरगुण स्वरूप होके गुरु नानक साहिब तो गुरु गोबिंद सिंह ताई 10 चोले पहन के दुनिया ते आया। गुरु ग्रंथ साहिब कहंदे ने सतगुर सच्चा है बोहे था सबदे भवजल तरना। एहो जग जलता देख के भज पए सतगुर सरना। पाप नूं ठल्लण लई अकाल पुरख अपने सेवकां नूं रहबरां नूं महापुरुषां नूं दुनिया ते भेजदे ने। पर कलयुग विच पाप इतना उच्ची अवधि ते सी आप अकाल पुरख नूं आउणा पिया। पर जेड़ा गुरु दी शरण आउंदा है महाराज कहंदे ने उहदे पाप रोग सोग कटे जांदे ने। भवजल तो तारने हार गुरु गोबिंद सिंह पातशाह ने। तिन्हां दा आगाज पटने दी पावन अरूहे जमीन ते पोह सुदी 7वीं 1723 बिक्रमी संमत नूं हुंदा है। भागां वाली माता गुजरी जिन्हां दे हिरदे विच परमेश्वर दी जोत प्रगट होई। गुरु गोबिंद सिंह महाराज दा फिर प्रकाश होया। भागां वाले पिता खुद खुदा गुरु तेग बहादुर साहिब सच्चे पातशाह ने इस पावन जगह बाबत रूहे जमीन बाबत गुरु गोबिंद सिंह ने अपनी ऑटोबायोग्राफी विचित्र नाटक विच लिखिया है। तही प्रकाश हमारा भयो पटना शहर बिखै पवलयो। पटने शहर विच महाराज कहंदे असीं प्रगट होना कीता है। और जिस जगह ते गुरु दे चरण पै जाण गुरु ग्रंथ साहिब कहंदे ने धन धन सुहावा सो शरीर थान है जिथे मेरा गुर धरे विखा।
ਉਹ ਸਥਾਨ ਵੀ ਧਨ ਜਿੱਥੇ ਗੁਰੂ ਚਰਨ ਪਾਵੇ, ਉਹ ਸਰੀਰ ਵੀ ਧਨ ਜਿੱਥੇ ਗੁਰੂ ਆਪਣੀ ਜੋਤ ਨੂੰ ਪ੍ਰਗਟ ਕਰ ਦਵੇ। ਮਹਾਰਾਜ ਕਹਿੰਦੇ ਨੇ ਹਰ ਨਾਮ ਸਾਲਾਹੀ, ਰੰਗ ਸਿਉ ਸਭ ਕਿਲਵੇ ਕਰੇਖਾ। ਗੁਰੂ ਦੇ ਬਖਸ਼ੇ ਨਾਮ ਨੂੰ ਸਲਾ ਕੇ ਐ ਸਿੱਖ ਤੇਰੇ ਪਾਪ ਮਿਟਣਗੇ, ਰੋਗ ਸੋਗ ਮਿਟਣਗੇ, 84 ਕੱਟੀ ਜਾਵੇਗੀ। ਇਹ ਪਟਨਾ ਸ਼ਹਿਰ, ਇਹਦੀ ਮਹਾਨਤਾ ਇਤਿਹਾਸਿਕ ਤੌਰ ਤੇ ਅੱਗੇ ਹੀ ਬੜੀ ਸੀ, ਆਪਾਂ ਸਾਰੇ ਜਾਣਦੇ ਹਾਂ। ਇਹਦਾ ਪ੍ਰਾਚੀਨ ਨਾਮ ਪਾਟਲੀ ਪੁੱਤਰ ਕਰਕੇ ਪ੍ਰਗਟ ਰਿਹਾ ਹੈ। ਗੰਗਾ ਦੇ ਕਿਨਾਰੇ ਤੇ ਇਹ ਬੜਾ ਪ੍ਰਚਲਿਤ ਨਗਰ ਸੀ। ਬਿਹਾਰ ਮਗਧ ਕਰਕੇ ਪ੍ਰਚਲਿਤ ਸੀ, ਉਹਦੀ ਇਹ ਰਾਜਧਾਨੀ ਸੀ। ਖੈਰ, ਇਸ ਇਤਿਹਾਸਿਕ ਨਗਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਗਟ ਹੋਣ ਦੇ ਨਾਲ ਹੋਰ ਇਹਦੇ ਇਤਿਹਾਸ ਨੂੰ ਚਾਰ ਚੰਦ ਲੱਗੇ ਨੇ। ਜਿੱਥੇ ਸ੍ਰੀ ਹਰਮੰਦਰ ਜੀ ਸਿੱਖ ਜਗਤ ਦਾ ਮਹਾਨ ਇੱਥੇ ਤਖਤ ਹੈ, ਜੋ ਗੁਰਾਂ ਦਾ ਪ੍ਰਕਾਸ਼ ਸਥਾਨ ਹੈ। ਇੱਥੇ ਸਿੱਖ ਜਗਤ ਦਾ ਜਦੋਂ ਰਾਜ ਹੁੰਦਾ ਸੀ ਨਾ, ਖਾਲਸਾ ਰਾਜ ਪੰਜਾਬ ਦੇਸ਼ ਅੰਦਰ, ਬੜੇ ਬੜੇ ਜਿਹੜੇ ਰਾਜੇ ਸਨ, ਉਹ ਇਸ ਪਾਵਨ ਅਸਥਾਨ ਨੂੰ ਸੇਵਾ ਭੇਜਦੇ ਸਨ। ਇਹਦੀ ਬੜੀ ਆਮਦਨੀ ਰਹੀ ਹੈ ਉਦੋਂ। ਇੱਕ ਬਿਹਾਰ ਦੇ ਬੜੇ ਅਮੀਰ ਗੋਪਾਲ ਸਿੰਘ ਹੋਏ ਨੇ, ਉਹਨਾਂ ਗੁਰਦੁਆਰੇ ਦੇ ਨਾਮ 450 ਵਿਗੇ ਜ਼ਮੀਨ ਲਾਈ ਸੀ। ਉਹਦੀ ਆਮਦਨੀ 1000 ਰੁਪਈਆ ਇਸ ਗੁਰੂ ਘਰ ਨੂੰ ਆਉਂਦੀ ਸੀ। ਨਾਭੇ ਰਿਆਸਤ ਤੋਂ 500 ਰੁਪਈਆ ਸਾਲਾਨਾ ਇਸ ਗੁਰ ਅਸਥਾਨ ਨੂੰ ਆਉਂਦਾ ਸੀ। ਰਿਆਸਤ ਜੀਂਦ ਤੋਂ 470 ਰੁਪਈਏ ਸਾਲਾਨਾ ਇੱਥੇ ਆਮਦਨੀ ਆਉਂਦੀ ਸੀ। ਜਿਹੜੀ ਪ੍ਰਚਲਿਤ ਪਟਿਆਲਾ ਰਿਆਸਤ ਹੈ ਸਿੱਖ ਜਗਤ ਦੀ, ਰੋਜ਼ ਦੇ 2 ਰੁਪਈਏ ਉੱਥੋਂ ਜੇ ਹਿਸਾਬ ਕਰੀਏ ਤੇ 720 ਰੁਪਈਏ ਬਣਦੇ ਨੇ, ਸਾਲਾਨਾ ਇੱਥੇ ਆਉਂਦੇ ਸਨ। ਖੈਰ, ਮੈਂ ਇਹ ਸੰਖੇਪ ਵਿੱਚ ਹੀ ਦੱਸਾਂ, ਇੰਨੇ ਪਟਨੇ ਦੇ ਵਿੱਚ ਗੁਰਧਾਮ ਨੇ, ਚਾਹੇ ਗੁਰੂ ਕਾ ਬਾਗ ਹੈ, ਚਾਹੇ ਗੋਬਿੰਦ ਘਾਟ ਹੈ, ਚਾਹੇ ਬੜੀ ਸੰਗਤ ਹੈ, ਚਾਹੇ ਮੈਨੀ ਸੰਗਤ ਹੈ, ਚਾਹੇ ਮੋਹਨ ਮਾਈ ਕੀ ਸੰਗਤ ਹੈ। ਇਹਨਾਂ ਸਥਾਨਾਂ ਨੂੰ ਇੰਨੀ ਸੇਵਾ ਇਹ ਹੁਕਮਰਾਨ ਕਿਉਂ ਦਿੰਦੇ ਰਹੇ ਨੇ? ਉਹਦਾ ਕਾਰਨ ਸੀ ਅਸੀਸ ਲੈਣ ਲਈ ਵੀ ਉਹਨਾਂ ਦਾ ਰਾਜ ਭਾਗ ਅਟਲ ਰਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਸਤ ਉਹਨਾਂ ਦੇ ਸਿਰ ਤੇ ਰਵੇ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ, ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ, ਭਾਲਿਆ ਲੈ ਧੂਰ ਮੁਖ ਲਾਵਾ, ਕਰ ਸੇਵਹਿ ਪੂਰਾ ਸਤਿਗੁਰੂ, ਭੁਖ ਜਾਏ ਲਹਿ ਮੇਰੀ, ਗੁਰ ਸਿੱਖਾਂ ਕੀ ਭੁਖ ਸਭ ਗਈ, ਤਿਨ ਪਿਛੈ ਹੋਰ ਖਾਏ ਕਨੇਰੀ। ਗੁਰੂ ਜਿੱਥੇ ਕਦਮ ਪਾਉਂਦਾ ਹੈ, ਸਿੱਖ ਕਦਮ ਬੋਸੀ ਕਰਦੇ ਨੇ, ਉਹ ਸਥਾਨ ਲੱਭ ਕੇ ਸੁੰਦਰ ਇਮਾਰਤਾਂ ਬਣਾਉਂਦੇ ਨੇ, ਗੁਰਧਾਮ ਉਸਾਰਦੇ ਨੇ। ਉਹ ਮਹਾਨ ਸੇਵਾਵਾਂ ਕਰਕੇ ਆਪਣੀ ਕਿਰਤ ਵਿੱਚ ਬੜੋਤਰੀ ਕਰਦੇ ਨੇ। ਹੋਰ ਚਾਰ ਚੰਨ ਉਹਨਾਂ ਦੀ ਆਮਦਨੀ ਨੂੰ ਪਾਤਸ਼ਾਹ ਲਾ ਦਿੰਦੇ ਨੇ। ਅੱਗੇ ਤੇ ਉਹ ਆਪ ਹੀ ਖਾਣ ਜੋਗੇ ਸਨ। ਜਦੋਂ ਤੋਂ ਉਹ ਗੁਰੂ ਸਥਾਨਾਂ ਦੀ ਸੇਵਾ ਵਿੱਚ ਮਾਇਆ ਭੇਜਣ ਲੱਗ ਪਏ, ਮਹਾਰਾਜ ਕਹਿੰਦੇ ਨੇ ਇੰਨੀ ਆਮਦਨੀ ਉਹਨਾਂ ਦੀ ਵੱਧ ਗਈ, ਉਹਨਾਂ ਦੇ ਪਿੱਛੇ ਲੱਖਾਂ ਲੋਕ ਖਾਣ ਲੱਗ ਪਏ। ਉਹਨਾਂ ਦੀ ਭੁੱਖ ਤੇ ਮਿਟੀ ਹੈ, ਉਹਨਾਂ ਦੇ ਪਿੱਛੇ ਲੱਖਾਂ ਦੀ ਭੁੱਖ ਮਿਟ ਗਈ। ਇਹ ਮਹਾਨਤਾ ਹੈ। ਜਿਹੜਾ ਗੁਰ ਸਥਾਨਾਂ ਦੀ ਸੇਵਾ ਕਰਵਾਉਂਦਾ ਹੈ, ਉਹਦੇ ਰੋਗ ਸੋਗ, ਉਹਦੀ ਭੁੱਖ ਮਿਟ ਜਾਂਦੀ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਜਨ ਨਾਨਕ ਹਰ ਪੁੰਨ ਬੀਜਿਆ, ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ। ਇਹ ਵੱਡਾ ਪੁੰਨ ਹੈ। ਜਿਹੜਾ ਵੀ ਗੁਰਧਾਮਾਂ ਵਿੱਚ ਹਿੱਸਾ ਪਾਉਂਦਾ ਹੈ, ਸੇਵਾ ਕਰਦਾ ਹੈ, ਫਿਰ ਤੋਟ ਨਹੀਂ ਆਉਂਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਸੇ ਨੂੰ ਤੋਟ ਆਉਣ ਹੀ ਨਹੀਂ ਦਿੰਦੇ। ਪ੍ਰਬੰਧਕ ਜਨ ਸੈਕਟਰੀ ਸਾਹਿਬ ਹੁਣੇ ਬੇਨਤੀ ਕਰ ਰਹੇ ਸੀ ਵੀ ਇੱਥੇ ਸੰਗਤ ਦੇ ਵਸੇਬੇ ਲਈ ਸਰਾਵਾਂ ਬਣਦੀਆਂ ਨੇ, ਕਮਰੇ ਬਣਦੇ ਨੇ, ਔਰ ਲੱਖਾਂ ਰੁਪਈਆ ਸੰਗਤ ਦੇ ਰਹੀ ਹੈ। ਤੁਸੀਂ ਲੱਖਾਂ ਦਓਗੇ, ਗੁਰੂ ਕਰੋੜਾਂ ਬਖਸ਼ੇਗਾ। ਤੁਸੀਂ 100 ਦਓਗੇ, ਗੁਰੂ ਹਜ਼ਾਰਾਂ ਬਖਸ਼ੇਗਾ।
ਭਾਈ ਨੰਦ ਲਾਲ ਨੇ ਇਹ ਬਰਕਤ ਹਜ਼ੂਰੀ ਕਵੀ ਹੋਣ ਦੇ ਨਾਤੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਬਹਿ ਕੇ ਤੱਕੀ ਸੀ। ਉਹਦੇ ਪਰਸ਼ੀਅਨ ਵਿੱਚ ਅਲਫਾਜ਼ ਨੇ, ਖਾਸ ਨੇ ਹਰ ਗੰਜ ਗੁਰੂ ਗੋਬਿੰਦ ਸਿੰਘ, ਮਰਹਮੇ ਹਰ ਰੰਜ ਗੁਰੂ ਗੋਬਿੰਦ ਸਿੰਘ। ਖਾਜ਼ਨੇ ਦਾ ਮਤਲਬ ਹੈ ਖਜ਼ਾਨਚੀ। ਅਕਾਲ ਪੁਰਖ ਖਜ਼ਾਨਿਆਂ ਦਾ ਮਾਲਕ ਹੈ ਤੇ ਉਹਦੇ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਉਹਦੇ ਖਜ਼ਾਨਚੀ ਨੇ। ਤੇ ਖਜ਼ਾਨਚੀ ਤੇ ਫਿਰ ਦਰਵਾਜ਼ੇ ਖੋਲਦਾ ਹੈ ਨਾ, ਖਜ਼ਾਨਚੀ ਤੋਂ ਬਾਈਪਾਸ ਤੇ ਲੰਘਿਆ ਜਾ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਖਜ਼ਾਨਚੀ ਨੇ, ਜਿਹੜਾ ਉਹਨਾਂ ਦੇ ਦਰ ਤੇ ਕਦਮ ਬੋਸੀ ਕਰਦਾ ਹੈ ਉਹਨੂੰ ਤੋਟ ਨਹੀਂ ਆਉਂਦੀ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੂਜਾਵਣਿਆ। ਜਿਹੜਾ ਗੁਰੂ ਘਰ ਸੇਵਾ ਕਰੇਗਾ, their all desires will be fulfilled, ਉਹਦੀ ਹਰ ਮਨ ਇੱਛਿਤ ਜਿਹੜੀ ਦਾਤ ਹੈ ਉਸ ਨੂੰ ਪ੍ਰਾਪਤ ਹੋ ਜਾਵੇਗੀ। ਅੱਗੇ ਲਫ਼ਜ਼ ਵਰਤਿਆ ਹੈ ਮਰਹਮੇ, ਇਹ ਫਾਰਸੀ ਵਿੱਚ ਮਲਮ ਨੂੰ ਕਹਿੰਦੇ ਨੇ। ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰੇਗਾ ਉਹਦੇ ਜੀਵਨ ਵਿੱਚ ਕੋਈ ਵੀ ਦਰਦ ਹੈ, ਕੋਈ ਵੀ ਪੀੜਾ ਹੈ, ਚਾਹੇ ਉਹ ਤਨ ਦਾ ਰੋਗ ਹੈ, ਚਾਹੇ ਮਨ ਦਾ ਸੋਗ ਹੈ, ਡਿਪਰੈਸ਼ਨ ਹੈ, ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਐਸੀ ਮਲਮ ਹੈ, ਰੋਗ ਸੋਗ ਹੀ ਮਿਟਾ ਦਿੰਦਾ ਹੈ ਜਿਹੜੇ ਸੇਵਾ ਕਰਨ ਉਹਦੇ ਦਰ ਤੇ। ਬਾਣੀ ਚਾਹੁੰਦਾ ਹੈ ਨਾ, ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀਓ। ਗੁਰੂ ਸਮਰੱਥ ਹੈ, ਗੁਰੂ ਇਜ਼ ਆਲ ਪਾਵਰਫੁਲ। ਗੁਰੂ ਦੇ ਵਿੱਚ ਐਸੀ ਅਜ਼ਮਤ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨੂੰ ਸੰਭਾਲਿਆ ਕਰ, ਯਾਦ ਕਰਿਆ ਕਰ, ਤੇਰੇ ਸਾਰੇ ਦੁੱਖ ਲੈਣਗੇ। ਚਿੰਤਾ ਸਭ ਤੋਂ ਵੱਡਾ ਰੋਗ ਹੈ, ਉਹ ਵੀ ਮਿਟ ਜਾਵੇਗਾ। ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਗੁਰੂ ਪਰਮੇਸ਼ਰ ਆਪ ਹੈ। ਇਹ ਰਹਿਮਤਾਂ ਜਦੋਂ ਮਹਾਰਾਜ ਇੱਥੇ ਪ੍ਰਗਟ ਹੋਏ ਉਦੋਂ ਤੋਂ ਵਰਤਣ ਲੱਗ ਪਈਆਂ ਸਨ। ਪ੍ਰਕਾਸ਼ ਹੁੰਦਾ ਹੈ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਗਿਆਸੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਧਰਮਸ਼ਾਲਾ ਦੇ ਬਾਹਰ ਆ ਕੇ ਰੁਕ ਜਾਂਦੇ ਸਨ ਵੀ ਕਦੋਂ ਦਾਸੀ ਦੇ ਨਾਲ ਮਹਾਰਾਜ ਧਰਮਸ਼ਾਲਾ ਚੋਂ ਕਦਮ ਬਾਹਰ ਰੱਖਣਗੇ, ਸਾਨੂੰ ਦਰਸ਼ਨ ਦੇਣਗੇ। ਭੀੜ ਲੱਗੀ ਰਹਿਣੀ ਧਰਮਸ਼ਾਲਾ ਦੇ ਬਾਹਰ। ਜੇ ਕਿਸੇ ਰੋਗੀ ਨੇ ਦਰਸ਼ਨ ਕਰਨੇ, ਗੁਰੂ ਦੀ ਨਜ਼ਰ ਪੈ ਜਾਣੀ ਤੇ ਉਹ ਅਰੋਗ ਹੋ ਜਾਣਾ। ਜੇ ਕਿਸੇ ਜੋਗੀ ਨੇ ਦਰਸ਼ਨ ਕਰਨੇ, ਉਹਨੂੰ ਜੋਗ ਹਾਸਲ ਹੋ ਜਾਣਾ, ਰੱਬ ਦੇ ਨਾਲ ਉਹਦਾ ਜੋੜ ਆ ਜਾਣਾ, ਮੁਕਤੀ ਮਿਲ ਜਾਣੀ। ਜੇ ਕਿਸੇ ਭੋਗੀ ਨੇ, ਪਦਾਰਥਾਂ ਦਾ ਲੱਭ ਕਰਨ ਵਾਲੇ ਨੇ ਦਰਸ਼ਨ ਕਰਨੇ, ਦਿਦਾਰੇ ਕਰਦਿਆਂ ਹੀ ਉਹਦੀਆਂ ਝੋਲੀਆਂ ਭਰ ਜਾਣੀਆਂ, ਐਸਾ ਰੱਜ ਆਉਣਾ ਉਹਦਾ ਮੰਗਣਾ ਹੀ ਮੁੱਕ ਜਾਣਾ, ਉਹਨੇ ਭਗਤ ਹੋ ਨਿਬੜਨਾ। ਕਿਧਰੇ ਕਿਸੇ ਗਰੀਬ ਨੇ ਦਿਦਾਰੇ ਕਰਨੇ, ਇੱਛਾ ਕਰਨੀ, ਬਾਪੂ ਦੀ ਨਜ਼ਰੇ ਨਿਆਮਤ ਹੋ ਜਾਣੀ, ਉਹਨੇ ਧਨੀ ਹੋ ਜਾਣਾ। ਜੇ ਜਗਿਆਸੂ ਕੋਈ ਦਿਦਾਰੇ ਕਰਨ ਆਉਂਦਾ ਸੀ, ਰੱਬ ਦੀ ਇੱਛਾ ਵਾਲਾ, ਗੁਰੂ ਦਾ ਬਚਨ ਸੁਣ ਕੇ ਭਗਤੀ ਵਿੱਚ ਸਰਸਾਰ ਹੋ ਜਾਂਦਾ ਸੀ। ਇਹ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਦੀ ਸੁਗੰਧੀ ਪਟਨੇ ਤੋਂ ਦੂਰ ਦੁਰੇਡੇ ਤੱਕ ਫੈਲੀ ਹੈ ਔਰ ਇਹ ਪ੍ਰਗਟ ਤੌਰ ਤੇ, ਜ਼ਾਹਰਾ ਤੌਰ ਤੇ ਲੋਕਾਂ ਵਿੱਚ ਪ੍ਰਚਲਿਤ ਹੋ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਫਰਜ਼ੰਦ ਖੁਦਾਇਆ ਦਾ ਰੂਪ ਹੈ, ਪਰਮਾਤਮਾ ਆਪ ਪ੍ਰਗਟ ਹੋਇਆ ਹੈ ਔਰ ਉਹਦਾ ਬਚਨ ਕਦੇ ਅਜਾਈ ਨਹੀਂ ਜਾਂਦਾ, ਜੋ ਮੰਗੋਗੇ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾ, ਗੁਰ ਕਾ ਬਚਨ ਸਦਾ ਅਬਿਨਾਸੀ, ਗੁਰ ਕਾ ਬਚਨ ਕਟੀ ਜਮ ਫਾਸੀ, ਗੁਰ ਕਾ ਬਚਨ ਜੀਅ ਕੈ ਸਾਥ, ਗੁਰ ਕਾ ਬਚਨ ਅਨਾਥ ਕੋ ਨਾਥ, ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕੈ ਬਚਨ ਨ ਆਵੈ ਹਾਰ, ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਇਆਲ। ਜਿਨ੍ਹਾਂ ਨੂੰ ਗੁਰੂ ਬਚਨ ਕਰ ਦਵੇ ਉਹਨਾਂ ਦੀ ਫਿਰ ਇਸ ਜੀਵਨ ਵਿੱਚ ਪਿੱਠ ਨਹੀਂ ਲੱਗਦੀ, ਉਹਨਾਂ ਦੀਆਂ ਮੰਗਾਂ ਮੁੱਕ ਜਾਂਦੀਆਂ ਨੇ। ਪਰ ਵੱਡੇ ਭਾਗਾਂ ਨਾਲ ਗੁਰੂ ਦੇ ਦਰਸ਼ਨ ਮਿਲਦੇ ਸਨ। ਵੱਡਾ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ,
ਜਿਨ੍ਹਾਂ ਨੂੰ ਫਿਰ ਭਾਗਾਂ ਵੱਡਿਆਂ ਕਾਰਨ ਦਰਸ਼ਨ ਹੋ ਜਾਣੇ, ਕਰੋੜਾਂ ਫਲ ਪਾ ਲੈਂਦੇ ਸਨ। ਇੱਕ ਮਹਾਪੁਰਸ਼ ਹੋਏ ਨੇ ਇਸ ਨਗਰੀ ਦੇ, ਪੰਡਤ ਸ਼ਿਵਦੱਤ ਦੀ ਸਨ, ਬ੍ਰਾਹਮਣ ਸਨ ਕੁਲ ਤੋਂ। ਕਿਧਰੇ ਤੁਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੂੰ ਪੜ੍ਹਿਓ, ਜਾਂ ਤੁਹਾਰੀ ਗੁਰੂ ਖਾਲਸਾ ਪੜ੍ਹੋ, ਗਿਆਨੀ ਗਿਆਨ ਸਿੰਘ ਹੁਣਾਂ ਨੂੰ ਪੜ੍ਹਿਓ। ਜਿਹੜਾ ਬਾਲਾ ਪ੍ਰੀਤਮ ਪ੍ਰਗਟ ਹੋਇਆ ਹੈ ਨਾ ਲਫ਼ਜ਼, ਇਹ ਪੰਡਤ ਸ਼ਿਵਦੱਤ ਜੀ ਗੋਬਿੰਦ ਰਾਏ ਜੀ ਨੂੰ ਬਾਲਾ ਪ੍ਰੀਤਮ ਕਹਿ ਕੇ ਬੁਲਾਉਂਦੇ ਸਨ। ਫਿਰ ਲੋਕ ਵੀ ਕਹਿਣ ਲੱਗ ਪਏ। ਮਹਾਰਾਜ ਗੋਬਿੰਦ ਰਾਏ ਜੀ ਗੰਗਾ ਦੇ ਕੰਢੇ ਖੇਡਦੇ ਨੇ। ਸ਼ਿਵਦੱਤ ਜੀ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਉਪਾਸ਼ਕ ਸਨ। ਗੰਗਾ ਦੇ ਕਿਨਾਰੇ ਉਹਨਾਂ ਬੈਠੇ ਹੋਣਾ, ਮੂਰਤੀ ਪੂਜਾ ਕਰਨੀ, ਆਪਣੇ ਇਸ਼ਟ ਦੀ ਆਰਾਧਨਾ ਕਰਨੀ। ਕਲਗੀਧਰ ਸਾਥੀਆਂ ਸਮੇਤ ਉੱਥੇ ਖੇਡਦੇ ਨੇ। ਸ਼ਿਵਦੱਤ ਜੀ ਨੇ ਅਗੰਮੀ ਕੌਤਕ ਵੇਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਲ ਅਵਸਥਾ ਵਿੱਚ। ਮੋਹਿਤ ਹੁੰਦਾ ਜਾ ਰਿਹਾ ਹੈ। ਅਲੌਕਿਕ ਰੂਪ ਰੋਜ਼ ਗੁਰਾਂ ਦਾ ਨਜ਼ਰ ਹੀ ਆਉਂਦਾ ਹੈ। ਇੱਕ ਦਿਨ ਅੱਖੀਂ ਕੌਤਕ ਵੇਖਦਾ ਹੈ। ਇੱਕ ਕੋੜੀ ਨੂੰ ਗੁਰੂ ਗੋਬਿੰਦ ਸਿੰਘ ਨੇ ਹਸਤ ਫੇਰ ਕੇ ਹੀ ਨਵਾਂ ਨਰੋਆ ਕਰ ਦਿੱਤਾ। ਅੱਜ ਕੱਲ ਕੋੜ ਨੂੰ ਵੈਸੇ ਹੈਂਸਨ ਡਿਜ਼ੀਜ਼ ਕਹਿੰਦੇ ਨੇ, ਹੁਣ ਤੇ ਐਂਟੀਬਾਇਓਟਿਕ ਉਹਦਾ ਇਲਾਜ ਆ ਗਿਆ, ਉਦੋਂ ਲਾ ਇਲਾਜ ਬਿਮਾਰੀ ਸੀ। ਬਾਣੀ ਕਹਿੰਦੀ ਹੈ ਰੋਗ ਸੋਗ ਸਭ ਦੁੱਖ ਬਿਨਾਸੇ ਸਤਿਗੁਰ ਕੀ ਸਰਣਾਈ। ਜਿਹੜਾ ਗੁਰੂ ਦੀ ਸ਼ਰਨ ਆ ਗਿਆ ਉਹਦੇ ਰੋਗ ਮਿਟ ਜਾਣਗੇ। ਯੂਰ ਆਲ ਸਫਰਿੰਗਸ ਆਲ ਸੋਰੋਜ਼ will be dispelled। ਸਭ ਤੇਰੇ ਸਰੀਰ ਤੋਂ ਦੂਰ ਕਰੇਗਾ ਗੁਰੂ ਗੋਬਿੰਦ ਸਿੰਘ। ਬਸ ਉਹਦੇ ਦਰ ਤੇ ਕਦਮ ਬੋਸੀ ਕਰਿਆ ਕਰ, ਕਦਮ ਚੁੰਮਿਆ ਕਰ ਉਹਦੇ। ਪੰਡਤ ਸ਼ਿਵਦੱਤ ਨੇ ਇਹ ਕੌਤਕ ਅੱਖੀਂ ਵੇਖੇ ਨੇ। ਔਰ ਇੱਕ ਦਿਨ ਮਨ ਵਿੱਚ ਫੁਰਨਾ ਆਉਂਦਾ ਹੈ, ਮਹਾਰਾਜ ਜੇ ਤੁਸੀਂ ਸੱਚੀ ਅਕਾਲ ਪੁਰਖ ਦਾ ਅਵਤਾਰ ਹੋ ਤੇ ਮੇਰੇ ਮਨ ਦੀ ਇਹ ਇੱਛਾ ਹੈ, ਮੈਨੂੰ ਮੇਰੇ ਇਸ਼ਟ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਿਦਾਰੇ ਦਿਓ। ਅਗਲਾ ਦਿਨ ਚੜ੍ਹਿਆ। ਸ਼ਿਵਦੱਤ ਜੀ ਧਿਆਨ ਪਰਾਇਣ ਹੋਏ, ਸਮਾਧੀ ਲੀਨ ਹੋਏ ਬੈਠੇ ਨੇ। ਸ਼੍ਰੀ ਗੋਬਿੰਦ ਰਾਏ ਜੀ ਸਾਥੀਆਂ ਸਮੇਤ ਗੰਗਾ ਦੇ ਕੰਢੇ ਖੇਲਣ ਤੇ ਹੌਲੀ ਜੀ ਸ਼ਿਵਦੱਤ ਜੀ ਕੋਲ ਆ ਕੇ ਕਹਿੰਦੇ, ਪੰਡਤ ਜੀ ਮੈਂ ਆ ਗਿਆ। ਅਗੰਮੀ ਆਵਾਜ਼ ਕੰਨਾਂ ਵਿੱਚ ਪਈ। ਸ਼ਿਵਦੱਤ ਦਾ ਰੋਮ ਰੋਮ ਥਰਥਰਾ ਗਿਆ। ਇਹ ਆਵਾਜ਼ ਆਈ ਅੰਦਰੋਂ ਮਨਾ, ਜਿਹਦੀ ਯਾਦ ਵਿੱਚ ਸਮਾਧੀ ਲਾਉਂਦਾ ਸੀ, ਅੱਜ ਉਹ ਪ੍ਰਗਟ ਹੋਇਆ ਹੈ। ਅੱਖਾਂ ਖੋਲੀਆਂ, ਚਿਰਾਗ ਵਰਗਾ ਨੂਰਾਨੀ ਚਿਹਰਾ ਨਜ਼ਰੀ ਆਇਆ ਹੈ ਗੋਬਿੰਦ ਰਾਏ ਜੀ ਦਾ। ਰਾਮਚੰਦਰ ਜੀ ਦੀ ਝਲਕ ਪਈ ਗੋਬਿੰਦ ਰਾਏ ਜੀ ਵਿੱਚੋਂ। ਤਸੱਲੀ ਕਰਨ ਲਈ ਇੱਕ ਵਾਰ ਪੁੱਛਦਾ ਹੈ, ਤੁਸੀਂ ਕੌਣ ਹੋ? ਗੋਬਿੰਦ ਰਾਏ ਜੀ ਦੇ ਗਲੂਏ ਦੇ ਬੋਲ ਸਨ, ਪੰਡਤ ਜੀ ਜਿਸ ਨੂੰ ਰੋਜ਼ ਯਾਦ ਕਰਦੇ ਹੋ। ਪੰਡਤ ਨੇ ਅੱਖਾਂ ਮਲੀਆਂ ਨੇ, ਵਾਰ-ਵਾਰ ਮਲਦਾ ਹੈ ਵੀ ਵਾਕਿਆ ਹੀ ਸ਼੍ਰੀ ਰਾਮਚੰਦਰ ਜੀ ਨੇ। ਜਿਵੇਂ ਜਿਵੇਂ ਤੱਕਦਾ ਗਿਆ ਤਿਵੇਂ ਤਿਵੇਂ ਰੂਪ ਸਾਫ਼ ਹੁੰਦਾ ਗਿਆ। ਤਨੁਖ ਤਾਰੀ ਸ਼੍ਰੀ ਰਾਮਚੰਦਰ ਸਾਵੇਂ ਖਲੋਤੇ ਨੇ ਇਸ ਮਹਾਪੁਰਸ਼ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ ਵੀ ਕਿਤਨੀ ਕਲਾ ਦਾ ਗੁਰੂ ਮਾਲਕ ਹੈ, ਐਸੀ ਸਮਰੱਥਾ ਹੈ ਉਹਦੇ ਵਿੱਚ। ਸਭ ਰਹਿਬਰ ਸਭ ਪੀਰ ਪੈਗੰਬਰ ਮਹਾਤਮਾ ਕੀ ਸਭਨਾ ਵਿੱਚ ਗੁਰੂ ਪਰਮੇਸ਼ਰ ਦੀ ਜੋਤ ਹੈ। ਸਾਰੇ ਗੁਰੂ ਪਰਮੇਸ਼ਰ ਦੇ ਕਹੇ ਵਿੱਚ ਨੇ। ਬਾਣੀ ਕਹਿੰਦੀ ਹੈ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ। ਗੁਰੂ ਸਦਾ ਹੀ ਹਾਜ਼ਰਾ ਹਜ਼ੂਰ ਹੈ, ਪਰਮੇਸ਼ਵਰ ਦਾ ਰੂਪ ਹੈ, ਸਫਲਾ ਮੂਰਤ ਹੈ। ਸਾਰਿਆਂ ਰਹਿਬਰਾਂ ਮਹਾਪੁਰਸ਼ਾਂ ਵਿੱਚ ਗੁਰੂ ਪਰਮੇਸ਼ਰ ਦੀ ਜੋਤ ਟਿਕੀ ਹੋਈ ਹੈ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਫ਼ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਮੋਹਰ ਲਾਈ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਆਪ ਕਹਿੰਦੇ ਨੇ, ਜਦੋਂ ਤੁਸੀਂ ਇਹ ਸ਼ਬਦ ਪੜ੍ਹਦੇ ਹੋ, ਮਾਰੂ ਮਹੱਲਾ ਪੰਜਵਾਂ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਇਹਦੇ ਵਿੱਚ ਅੱਗੇ ਆਵੇਗਾ ਦਾੜਾ ਅਗਰੇ ਪ੍ਰਥਮ ਧਰਾਇਣ 52 ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ। ਸ਼੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ
ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਐ ਅਕਾਲ ਪੁਰਖ, ਐ ਗੁਰੂ ਨਾਨਕ, ਐ ਗੁਰੂ ਰਾਮਦਾਸ ਪਾਤਸ਼ਾਹ, ਤੁਸੀਂ ਨਿਰਗੁਣ ਵੀ ਹੋ, ਸਰਗੁਣ ਵੀ ਹੋ। ਚਾਹੇ ਰਾਮਚੰਦਰ ਨੇ, ਚਾਹੇ ਕ੍ਰਿਸ਼ਨ ਨੇ, ਚਾਹੇ 52 ਅਵਤਾਰ ਹੈ, ਸਾਰਿਆਂ ਵਿੱਚ ਤੁਹਾਡੀ ਹੀ ਜੋਤ ਸਮਾਈ ਹੋਈ ਹੈ। ਹੁਣ ਤੁਸੀਂ ਆਖੋਗੇ ਜੇ ਜੋਤ ਸਾਰਿਆਂ ਵਿੱਚ ਇੱਕ ਹੈ, ਫਿਰ ਫਰਕ ਕੀ ਹੋਇਆ? ਫਰਕ ਹੈ, ਜਿਤਨਾ ਪਾਪ ਹੁੰਦਾ ਹੈ ਓਨੀ ਅਜ਼ਮਤ ਪ੍ਰਮਾਤਮਾ ਬਖਸ਼ਦਾ ਹੈ। 52 ਅਵਤਾਰ ਜਦੋਂ ਆਉਂਦੇ ਨੇ, ਪਾਪ ਥੋੜਾ ਸੀ, ਅਜ਼ਮਤ ਥੋੜੀ ਆਈ। ਤ੍ਰੇਤਾ ਯੁੱਗ ਆ ਗਿਆ, ਪਾਪ ਵਧਿਆ, 14 ਕਲਾਂ ਰਾਮਚੰਦਰ ਜੀ ਲੈ ਕੇ ਪ੍ਰਮਾਤਮਾ ਦੇ ਹੁਕਮ ਵਿੱਚ ਆਏ। ਇਸੇ ਤਰ੍ਹਾਂ ਦੁਆਪਰ ਆਉਂਦਾ ਹੈ, ਸ੍ਰੀ ਕ੍ਰਿਸ਼ਨ ਜੀ 16 ਕਲਾਂ ਲੈ ਕੇ ਆਏ। ਕਲਯੁਗ ਵਿੱਚ ਪਾਪ ਇੰਨਾ ਵੱਧ ਗਿਆ, ਇੱਥੇ ਫਿਰ ਅਕਾਲ ਪੁਰਖ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਬਣ ਕੇ ਪ੍ਰਗਟ ਹੋਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਇਜ਼ ਗ੍ਰੇਟੈਸਟ ਆਫ ਆਲ। ਗੁਰੂ ਨਾਨਕ ਫਿਰ ਸਭ ਤੋਂ ਵੱਡੇ ਆਏ। ਭਾਈ ਸਾਹਿਬ ਭਾਈ ਨੰਦ ਲਾਲ ਨੇ ਵੀ ਮੋਹਰ ਲਾਈ ਹੈ, ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ, ਜਾਵੇਦਾਨੀ ਸਦਰ ਗੁਰੂ ਗੋਬਿੰਦ ਸਿੰਘ। ਬਰਤਰ ਕਹਿੰਦੇ ਨੇ ਜਿਹੜਾ ਆਮ ਨਾਲੋਂ ਬਹੁਤਾ ਉੱਚਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਕਦਰ ਦਾ ਭਾਵ ਹੈ ਹਰ ਮਰਤਬੇ ਤੋਂ ਉੱਚੇ ਨੇ। ਜਾਵੇਦਾਨੀ ਸਦਰ, ਲੋਕ ਵਿੱਚ ਤੇ ਪਰਲੋਕ ਵਿੱਚ ਸਦਰ ਤੋਂ ਭਾਵ ਪ੍ਰਧਾਨ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਤੋਂ ਵੱਡਾ ਕੋਈ ਨਹੀਂ ਹੈ। ਸਤਿਗੁਰ ਜੇਵਡ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਮਹਾਰਾਜ ਨੂੰ ਵੱਡਾ ਕੋਈ ਹੈ ਨਹੀਂ। ਜਿਹੜਾ ਗੁਰੂ ਗੋਬਿੰਦ ਨੂੰ ਧਿਆਵੇਗਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਨਮ ਮਰਨ ਦੁਖ ਤੇ ਰਾਖੈ, ਮਾਇਆ ਬਿਖ ਫਿਰ ਬਹੁੜ ਨਾ ਚਾਖੈ। ਉਹ ਮਾਇਆ ਤੋਂ ਬਚਿਆ, ਰੋਗ ਸੋਗ ਤੋਂ ਬਚਿਆ, ਮੁਕਤ ਹੋਇਆ। ਪੰਡਤ ਸ਼ਿਵਦੱਤ ਨੇ ਦਰਸ਼ਨ ਕਰਕੇ ਮੁਰੀਦ ਹੋ ਕੇ ਮੁਰਸ਼ਦ ਮੰਨਿਆ, ਕਦਮ ਬੋਸੀ ਕਰਨ ਲੱਗ ਪਿਆ। ਹੁਣ ਮੂਰਤੀ ਪੂਜਾ ਛੱਡ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਿਆਨ ਲਾਉਂਦਾ ਹੈ। ਗੁਰ ਕੇ ਚਰਨ ਹਿਰਦੈ ਵਸਾਏ, ਦੁੱਖ ਦੁਸ਼ਮਨ ਤੇਰੀ ਹਤੈ ਬੁਲਾਏ। ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਿਆਨ ਲਾਵੇਗਾ, ਉਹਦੀਆਂ ਸਭ ਬਲਾਵਾਂ ਮਿਟ ਜਾਣਗੀਆਂ। ਗੁਰ ਕੇ ਚਰਨ ਹਿਰਦੈ ਉਰਧਾਰ, ਅਗਨ ਸਾਗਰ ਜਪ ਉਤਰੈ ਪਾਰ। ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਧਿਆਵੇਗਾ, ਉਹ ਦੁੱਖਾਂ ਦੇ ਸਾਗਰ ਤੋਂ ਪਾਰ ਲੰਘੇਗਾ। ਜਦੋਂ ਵੀ ਗੰਗਾ ਕੰਢੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨ ਵਿੱਚ ਗੋਬਿੰਦ ਰਾਏ ਦੇ ਰੂਪ ਵਿੱਚ ਖੇਲਣਾ, ਹੌਲੀ ਜੀ ਆ ਕੇ ਸ਼ਿਵਦੱਤ ਜੀ ਨੂੰ ਕਹਿਣਾ, ਪੰਡਤ ਜੀ ਝਾਤ ਮਾਰਨੀ। ਬੱਲਾਂ ਵਾਲੇ ਕੌਤਕ ਮਹਾਰਾਜ ਨੇ ਇੱਥੇ ਕਰਨੇ। ਰਹਿਨਮਾ ਮੰਨ ਕੇ ਗੁਰੂ ਗੋਬਿੰਦ ਸਿੰਘ ਨੂੰ ਸਾਰਾ ਜੀਵਨ ਸ਼ਿਵਦੱਤ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਅਰਾਧਨਾ ਕੀਤੀ, ਚਾਹੇ ਮਹਾਰਾਜ ਆਨੰਦਪੁਰ ਚਲੇ ਗਏ ਸਨ। ਐਸਾ ਉਹ ਗੁਰੂ ਕਾ ਪਿਆਰਾ ਸੇਵਕ ਸੀ। ਗੁਰ ਪੂਰਾ ਪਾਈਐ ਵਡਭਾਗੀ, ਦਰਸ਼ਨ ਕੋ ਜਾਈਐ ਕੁਰਬਾਨ। ਵੱਡਿਆਂ ਭਾਗਾਂ ਨਾਲ ਗੁਰੂ ਮਿਲਦਾ ਹੈ। ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ, ਅਕਾਲ ਪੁਰਖ ਦਾ ਗੁਰੂ ਸਰੂਪ ਹੈ। ਸ਼ਿਵਦੱਤ ਵਰਗੀ ਭਾਵਨਾ ਬਣਾਓ ਗੁਰੂ ਦੇ ਚਰਨਾਂ ਦੇ ਨਾਲ, ਤੁਸੀਂ ਵੀ ਰੋਗ ਸੋਗ ਮਿਟਣਗੇ, ਮਨ ਦੀ ਹਰ ਮੁਰਾਦ ਪੂਰੀ ਹੋਵੇਗੀ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਮਹਾਰਾਜ ਦੇ ਪ੍ਰਕਾਸ਼ ਦੀ ਸਾਖੀ ਕੱਲ ਆਪ ਸੰਗਤ ਦੇ ਨਾਲ ਸਾਂਝੀ ਕਰਾਂਗਾ। ਪ੍ਰਬੰਧਕ ਜਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕੀਤਾ ਹੈ। ਚਾਹੇ ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ, ਆਪ ਸੰਗਤਾਂ ਇੱਥੇ ਕਾਫੀ ਗਿਣਤੀ ਵਿੱਚ ਹੋ, ਲੱਖਾਂ ਸੰਗਤਾਂ ਆਉਣਾ ਚਾਹੁੰਦੀਆਂ ਸਨ। ਕਰੋਨਾ ਕਰਕੇ ਫਲਾਈਟਸ ਬੰਦ ਨੇ, ਟ੍ਰੇਨਸ ਬੰਦ ਨੇ, ਟਰਾਂਸਪੋਰਟ ਦਾ ਕੋਈ ਵੀ ਮੋਡ ਬਹੁਤਾ ਖੁੱਲ੍ਹਾ ਨਹੀਂ ਹੈ, ਉਹ ਆ ਨਹੀਂ ਪਾਏ। ਇਸੇ ਕਰਕੇ ਤਕਰੀਬਨ ਹੀ ਵੱਡੇ ਚੈਨਲ ਇਸ ਸਮਾਗਮ ਨੂੰ ਦੇਸ਼ਾਂ ਦੇਸ਼ਾਂਤਰਾਂ ਵਿੱਚ ਦਿਖਾ ਰਹੇ ਨੇ। ਦਾਸ ਧੰਨਵਾਦ ਕਰਦਾ ਹੈ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਹਿੱਤ ਹੋਣਾ ਦਾ, ਜਿਨ੍ਹਾਂ ਨੇ ਬਚਨ ਕੀਤਾ ਸੀ ਆਪ ਸੰਗਤ ਦੇ ਦਰਸ਼ਨ ਕਰਨ ਦੇ ਲਈ। ਨਾਲ ਇੱਥੇ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਜੀ ਹੋਣੀ ਵੀ ਸੱਜੇ ਨੇ। ਇਸ ਪਾਵਨ ਜਗ੍ਹਾ ਦੇ ਸੇਵਾਦਾਰ ਸਿੱਖ ਜਗਤ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਹਰ, ਉਹਨਾਂ ਦਾ ਵੀ ਧੰਨਵਾਦ ਹੈ। ਸਟੇਜ ਸੈਕਟਰੀ ਗਿਆਨੀ ਜਗਦੇਵ ਸਿੰਘ ਜੀ ਹਾਜ਼ਰ ਨੇ, ਔਰ ਸਿੱਖ ਜਗਤ ਦੀ ਸਿਰਮੌਰ ਤੇ ਬੁਲੰਦ ਹਸਤੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹ ਵੀ ਆਪ ਸੰਗਤ ਦੇ ਦੀਦਾਰੇ ਕਰਕੇ ਗਏ ਨੇ।
ਖੰਡੇ ਦੀ ਪੌਲ ਛਕੋ ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले